ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਸਿੰਘ। ਵੈਲਕਮ ਟੂ ਦ ਸ਼ੋ ਅਰਵਿੰਦਰ ਜੀ। ਬਹੁਤ ਸ਼ੁਕਰੀਆ ਸੰਜੀਵ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਰਵਿੰਦਰ ਜੀ, ਆਪਾਂ ਆਪਣੀਆਂ ਕੁਐਰੀਜ਼ ਵੀ ਲੈਂਦੇ ਹਾਂ ਜੋ ਆਪਣੇ ਦਰਸ਼ਕ ਆਪਾਂ ਨੂੰ ਭੇਜਦੇ ਨੇ, ਇਨਬਾਕਸ ਕਰਦੇ ਨੇ, ਨਾਲ ਦੇ ਨਾਲ ਤੁਹਾਡੇ ਕੋਲੋਂ ਇਨਫੋਰਮੇਸ਼ਨ ਵੀ ਲੈਂਦੇ ਹਾਂ। ਤਾਂ ਆਪਾਂ ਹਮੇਸ਼ਾ ਆਪਣੇ ਪ੍ਰੋਗਰਾਮਸ ਦੇ ਵਿੱਚ ਟੂਰਿਜ਼ਮ ਵੀਜ਼ਾ ਦੀ ਬਹੁਤ ਗੱਲ ਕਰਦੇ ਰਹੇ ਹਾਂ। ਹੁਣ ਟਾਈਮ ਵੀ ਆ ਗਿਆ ਹੈ, ਮਿਡ ਜੁਲਾਈ ਦੀ ਆਪਾਂ ਗੱਲ ਕਰਦੇ ਰਹੇ ਹਾਂ। ਜੀ ਜੀ। ਸੋ ਟੂਰਿਜ਼ਮ ਇੰਡਸਟਰੀ ਕੀ ਹਾਲ ਹੈ ਇਹਦਾ? ਅਮਰੀਕਾ ਨੇ ਓਪਨ ਕਰ ਦਿੱਤਾ ਹੈ, ਸੁਣਨ ਚ ਆ ਰਿਹਾ। ਤੇ ਹੁਣ ਜਿਹੜੇ ਜਾਣਾ ਚਾਹੁੰਦੇ ਨੇ ਅਮਰੀਕਾ ਘੁੰਮਣ ਵਾਸਤੇ, ਉਹਨਾਂ ਵਾਸਤੇ ਬਹੁਤ ਸੁਨਹਿਰਾ ਮੌਕਾ ਹੈ। ਬਿਲਕੁਲ, ਅਸੀਂ ਕਾਫੀ ਪ੍ਰੋਗਰਾਮਸ ਵਿੱਚ ਇਹਦੀ ਚਰਚਾ ਕੀਤੀ ਔਰ ਅਸੀਂ ਸਮਾਂ ਦੱਸਦੇ ਰਹੇ ਸਭ ਨੂੰ ਕਿ ਮਿਡ ਜੁਲਾਈ ਵਿਲ ਬੀ ਦਾ ਟਾਈਮ ਔਰ ਆਬਵੀਅਸਲੀ ਉਹ ਸਮਾਂ ਆ ਰਿਹਾ ਜਾਂ ਮਤਲਬ ਆਲਮੋਸਟ ਵੀ ਆਰ ਆਲਮੋਸਟ ਦੇਅਰ। ਬੂਹੇ ਤੇ ਹੀ ਖੜਾ ਹੈ। ਹਾਂ ਬਿਲਕੁਲ ਬਿਲਕੁਲ, ਅਸੀਂ ਦਰਵਾਜ਼ੇ ਤੇ ਹਾਂ। ਔਰ ਤੁਸੀਂ ਵੇਖੋਗੇ ਹੁਣ ਤੋਂ ਜਿਹੜੀਆਂ US ਦੀਆਂ ਜਿਹੜੀਆਂ ਟੂਰਿਜ਼ਮ ਦੀਆਂ ਜਿਹੜੀਆਂ B1 B2 ਦੀਆਂ ਅਪਾਇੰਟਮੈਂਟਸ ਉਹ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਸਲੋਟਸ ਨਹੀਂ ਹੋਣਗੇ ਜਿੱਦਾਂ ਪਹਿਲਾਂ ਰਹੇ ਆ, ਬਟ ਇਹ ਸੈਪਟੰਬਰ ਤੱਕ ਅਸੀਂ ਹਮੇਸ਼ਾ ਦੱਸਦੇ ਵੀ ਰਹੇ ਹਾਂ ਕਿ ਸੈਪਟੰਬਰ ਤੱਕ ਆਉਂਦਿਆਂ ਤੱਕ ਇਹ ਚੀਜ਼ਾਂ ਰੈਗੂਲਰ ਹੋ ਜਾਣਗੀਆਂ। ਸੋ ਬਾਈ ਸੈਪਟੰਬਰ ਆਲਮੋਸਟ ਚੀਜ਼ਾਂ ਨਾਰਮਲਾਈਜ਼ ਹੋ ਜਾਣਗੀਆਂ। ਬਟ ਜਿਹੜਾ ਟੂਰਿਜ਼ਮ ਆ, ਬਹੁਤ ਸਾਰੇ ਜਿਹੜੇ ਸਾਡੇ ਸਪੈਕਟੇਟਰਸ ਨੇ, ਬਹੁਤ ਸਾਰੇ ਸਾਡੇ ਵਿਊਅਰਸ ਨੇ, ਬਹੁਤ ਲੰਬੇ ਸਮੇਂ ਤੋਂ ਹਮੇਸ਼ਾ ਕਾਲ ਕਰਦੇ ਜਾਂ ਮੈਸੇजेस ਪਾਉਂਦੇ ਨੇ ਕਿ ਇਹ ਕਦੋਂ ਓਪਨ ਹੋਣੀਆਂ ਨੇ, ਬਿਕੋਜ਼ ਇਹ ਇੱਕ ਕੈਟਾਗਰੀ B1 B2 ਹਾਲੇ ਤੱਕ ਰੁਕੀ ਹੋਈ ਸੀ ਜੀ। ਸੋ ਫਾਈਨਲੀ ਇਟ ਇਜ਼ ਅ ਟਾਈਮ। ਜਿੱਦਾਂ ਇਮੀਗ੍ਰੈਂਟ ਕੇਸਿਸ ਦੀਆਂ ਹੁਣ ਤਕਰੀਬਨ ਅਪਾਇੰਟਮੈਂਟਸ ਰੈਗੂਲਰ ਹੋਈ ਜਾਂਦੀਆਂ ਔਰ ਉਹ ਫਲੋ ਦੇ ਵਿੱਚ ਆ ਰਿਹਾ। ਔਰ ਇਸੇ ਤਰੀਕੇ ਨਾਲ ਸਟੂਡੈਂਟਸ ਨੂੰ ਪ੍ਰਾਇਓਰਿਟੀ ਕੀਤਾ ਗਿਆ ਸੀ। ਔਰ ਸਟੂਡੈਂਟਸ ਅਸੀਂ ਪਿਛਲੇ ਲਗਭਗ 1.5-2 ਸਾਲ 'ਚ ਵੇਖਿਆ ਇਕੱਲੇ ਸਟੂਡੈਂਟਸ ਦਾ ਹੀ ਫਲੋ ਸਭ ਤੋਂ ਵੱਧ ਸੀ ਤਿੰਨੇ ਕੈਟਾਗਰੀ ਵਿੱਚ, FM ਤੇ J ਦੇ ਵਿੱਚ। ਔਰ B1 B2 ਦਾ ਹੁਣ ਸਮਾਂ ਆ ਗਿਆ। ਜਿੰਨੀਆਂ ਵੀ ਤੁਹਾਡੀਆਂ ਐਪਲੀਕੇਸ਼ਨਸ ਪੁਰਾਣੀਆਂ ਪਈਆਂ, ਚਾਹੇ ਤੁਸੀਂ ਫੀਸ ਪੇ ਕੀਤੀ ਸੀ, ਉਹ ਫੀਸਾਂ ਵੀ ਤੁਸੀਂ ਵੇਖੋਗੇ ਐਕਟਿਵ ਰਹਿਣਗੀਆਂ। ਕਿਉਂਕਿ ਪਹਿਲਾਂ ਇੱਕ ਕਾਨੂੰਨ ਸੀਗਾ ਕਿ ਜਿਹੜੀ ਤੁਹਾਡੀ ਫੀਸ ਪੇ ਕੀਤੀ ਹੈ ਐਮਬੈਸੀ ਦੀ, ਤੁਸੀਂ $160 ਬੈਂਕ ਵਿੱਚ ਜਾ ਕੇ ਪੇ ਕਰਦੇ ਸੀ ਜਿਹੜੇ, ਉਹਦੀ ਵੈਲਿਡਿਟੀ ਸਿਰਫ 1 ਕੈਲੰਡਰ ਈਅਰ ਹੁੰਦੀ ਸੀ। ਸੋ ਤੁਸੀਂ ਜਿੱਦਣ ਪੇ ਕੀਤੀ ਉਸ ਤੋਂ ਬਾਅਦ 1 ਸਾਲ ਤੱਕ ਉਹ ਵੈਲਿਡ ਰਹੇਗੀ, ਉਸ ਤੋਂ ਬਾਅਦ ਉਹ ਐਕਸਪਾਇਰ ਹੋ ਜਾਂਦੀ ਸੀ। ਸੋ ਹੁਣ ਪਿੱਛੇ ਜੇ ਇਹਨਾਂ ਨੇ ਉਹਦੀ ਜਿਹੜੀ ਮਿਆਦ ਵਧਾਤੀ ਹੈ। ਸੋ ਜਿਹੜੀਆਂ ਅਨਯੂਜ਼ਡ ਨੇ, ਜਿੰਨੀਆਂ ਫੀਸਾਂ ਪੇ ਕੀਤੀਆਂ ਹੋਈਆਂ, ਉਹ ਤੁਸੀਂ ਦੁਬਾਰਾ ਯੂਜ਼ ਕਰ ਸਕਦੇ ਹੋ। ਸੋ ਤੁਸੀਂ ਉਹਦਾ ਬਾਰਕੋਡ ਵੈਸੇ ਤਾਂ ਆਟੋ ਫਿਲ ਹੋ ਜਾਂਦਾ ਜਦੋਂ ਤੁਸੀਂ ਆਪਣੀ ਅਪਾਇੰਟਮੈਂਟ ਲੈਂਦੇ ਹੋ। ਅਗਰ ਬਾਰਕੋਡ ਆਟੋ ਫਿਲ ਨਹੀਂ ਵੀ ਹੋ ਰਿਹਾ, ਤੁਸੀਂ ਬਾਰਕੋਡ ਦੇ ਵਿੱਚ ਨੰਬਰ ਵੇਖੋਗੇ, ਉਹਨੂੰ ਤੁਸੀਂ ਫਿਲ ਅਪ ਕਰੋਗੇ ਔਰ ਉਸ ਤੋਂ ਬਾਅਦ ਤੁਸੀਂ ਆਪਣੀ ਅਪਾਇੰਟਮੈਂਟ ਸ਼ਡਿਊਲ ਕਰ ਸਕਦੇ ਹੋ ਜੀ। ਸੋ ਕੱਲਾ ਅਮਰੀਕਾ ਨੇ ਹੀ ਨਹੀਂ, ਤੁਸੀਂ ਵੇਖੋਗੇ ਕਿ ਇਸ ਟਾਈਮ UK ਨੇ ਬਹੁਤ ਟੂਰਿਸਟ ਵੀਜ਼ਾਸ ਗ੍ਰਾਂਟ ਕੀਤੇ ਨੇ ਇਸ ਸਾਲ, ਬਿਕੋਜ਼ UK ਦੇ ਵਿੱਚ ਵੀ ਭਾਰੀ ਜਿਹੜੀ ਰਿਕੁਆਇਰਮੈਂਟ ਆ। ਸੋ UK ਵੀ ਜਿਸ ਤਰੀਕੇ ਨਾਲ ਅਮਰੀਕਾ ਦਾ ਹਾਲੇ ਓਪਨ ਅਪ ਹੋਇਆ ਔਰ ਅੱਜ ਕੱਲ੍ਹ ਜਿਹੜਾ ਸਭ ਤੋਂ ਜਿਹੜਾ ਗੋਲਡਨ ਪੀਰੀਅਡ ਚੱਲ ਰਿਹਾ ਟੂਰਿਜ਼ਮ ਦੇ ਲਈ, ਉਹ ਇਸ ਟਾਈਮ UK ਦੇ ਵਿੱਚ ਆ। UK ਦੇ ਵਿੱਚ ਤੁਸੀਂ ਮਤਲਬ 20-22 ਸਾਲ ਦੇ ਬੱਚਿਆਂ ਦੇ ਵੀ ਜਿਹੜੇ ਅੱਜ ਕੱਲ੍ਹ ਜਿਹੜੇ ਆ ਟੂਰਿਸਟ ਵੀਜ਼ਾਸ ਮਿਲ ਰਹੇ ਨੇ। ਅੱਛਾ ਜੀ। ਸੋ ਇਹ ਪਹਿਲਾਂ ਕਦੀ ਨਹੀਂ ਹੁੰਦਾ ਸੀ। ਸੋ UK ਨੇ ਬਿਕੋਜ਼ UK ਦੇ ਵਿੱਚ ਵਰਕਫੋਰਸ ਦੀ ਜੋ ਹੁੰਦਾ ਯੂਰਪੀਅਨ ਯੂਨੀਅਨ ਨੂੰ ਉਹਨਾਂ ਨੇ ਐਗਜ਼ਿਟ ਕੀਤਾ ਆ ਬ੍ਰੈਗਜ਼ਿਟ ਤੋਂ ਬਾਅਦ, ਬਹੁਤ ਜ਼ਿਆਦੀਆਂ ਜੌਬਸ ਦੇ ਉੱਪਰ ਖਾਲੀ ਪਈਆਂ ਨੇ। ਸੋ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਤਰੀਕੇ ਨਾਲ ਇਹ ਲੱਗ ਰਿਹਾ ਕਿ ਜਿੰਨੇ ਅਸੀਂ ਸੀਜ਼ਨਲ ਵਰਕਰ ਜਿਹੜੇ ਆਉਂਦੇ ਸੀ, ਉਹਦੀ ਥਾਂ 'ਤੇ ਅਗਰ ਅਸੀਂ ਟੂਰਿਸਟ ਹੀ ਬੁਲਾ ਲਾਂਗੇ ਤਾਂ ਸ਼ਾਇਦ ਉਹ ਵੀ ਇਹਦੀ ਭਰਪਾਈ ਕਰ ਦੇਣ। ਔਰ ਕਿਤੇ ਨਾ ਕਿਤੇ ਸੱਚ ਵੀ ਹੈ ਇਹ। ਸੋ UK ਦੇ ਵਿੱਚ ਵੀ ਇਹ ਇਸ ਟਾਈਮ ਗੋਲਡਨ ਪੀਰੀਅਡ ਚੱਲ ਰਿਹਾ। UK ਦੇ ਵਿੱਚ ਵੀ ਐਪਲੀਕੇਸ਼ਨਸ ਜਿਹੜੀਆਂ ਬਹੁਤ ਲੱਗ ਰਹੀਆਂ ਨੇ। ਤੀਸਰਾ ਡੈਸਟੀਨੇਸ਼ਨ ਹੈਗਾ ਆਸਟ੍ਰੇਲੀਆ। ਆਸਟ੍ਰੇਲੀਆ ਨੇ ਵੀ ਵਿਜ਼ਟਰ ਵੀਜ਼ਾਸ ਨੂੰ ਬਹੁਤ ਪਹਿਲ ਦਿੱਤੀ ਹੋਈ ਹੈ। ਸੋ ਆਸਟ੍ਰੇਲੀਆ ਵੀ ਜਿਹੜੇ ਵਿਜ਼ਟਰ ਵੀਜ਼ਾਸ ਆ ਉਹ ਕਾਫੀ ਦੇ ਰਿਹਾ। ਹਾਲਾਂਕਿ ਆਸਟ੍ਰੇਲੀਆ ਦਾ ਥੋੜ੍ਹਾ ਜਿਹਾ ਰੁਝਾਨ ਫੈਮਿਲੀ ਵਿਜ਼ਿਟਸ ਵੱਲ ਜ਼ਿਆਦਾ ਆ। ਰਾਈਟ। ਔਰ ਕੈਨੇਡਾ ਦੇ ਵਿੱਚ ਡਿਸਪਾਈਟ ਆਲ ਆਡਸ, ਇੰਨੇ ਬੈਕਲੌਗ ਦੇ ਬਾਵਜੂਦ ਵੀ ਕੈਨੇਡਾ ਨੇ ਵੀ ਜਿਹੜੇ ਆ ਫੈਮਿਲੀ ਵਿਜ਼ਿਟਸ, ਟੂਰਿਸਟ ਘੱਟ ਨੇ, ਸੋ ਫੈਮਿਲੀ ਵਿਜ਼ਿਟਸ ਉੱਪਰ ਵੀਜ਼ਾ ਨੂੰ ਪ੍ਰਾਇਓਰਟਾਈਜ਼ ਕੀਤਾ ਹੋਇਆ। ਸੋ ਉਹਨਾਂ ਦਾ ਸਮਾਂ ਲਗਭਗ 2.5-3 ਮਹੀਨੇ ਤੱਕ ਲੱਗ ਜਾਂਦਾ ਆ ਅਗਰ ਤੁਸੀਂ ਵੀਜ਼ਾ ਪਾਉਂਦੇ ਹੋ। ਸੋ ਕੈਨੇਡਾ 'ਚ ਇੱਕ ਦਿੱਕਤ ਜ਼ਰੂਰ ਰਹੇਗੀ ਕਿ ਤੁਹਾਡਾ ਜਿਹੜਾ ਡਿਊਰੇਸ਼ਨ ਆਫ ਟਾਈਮ ਆ ਉਹ ਲੰਬਾ ਚੱਲ ਸਕਦਾ ਹੈ, ਕਿ ਤੁਹਾਨੂੰ ਜਿਹੜਾ ਵੀਜ਼ਾ ਤੁਸੀਂ ਪਾਓਗੇ ਤਾਂ ਉਹਦਾ 2 ਤੋਂ 3 ਮਹੀਨੇ ਦੇ ਵਿੱਚ ਜਾ ਕੇ ਫੈਸਲਾ ਆਊਗਾ। ਔਰ ਇਹਦੇ ਨਾਲ ਯੂਰਪ ਦੀਆਂ ਬਹੁਤ ਸਾਰੀਆਂ ਐਮਬੈਸੀਜ਼ ਜਿਹੜੀਆਂ ਦੇ VFS ਸੈਂਟਰਸ ਬੰਦ ਸੀ, ਉਹ ਲੋਕਲ VFS ਜਿਹੜੇ ਉਹ ਦੁਬਾਰਾ ਚਾਲੂ ਹੋ ਗਏ ਨੇ। ਸੋ ਇਹ ਸਮਾਂ ਤਕਰੀਬਨ ਇੱਕ ਪਾਸੇ ਅਸੀਂ ਖਬਰਾਂ ਜ਼ਰੂਰ ਸੁਣਦੇ ਹਾਂ ਕਿ ਕੋਵਿਡ ਹੌਲੀ ਵੱਧ ਰਿਹਾ, ਫਿਰ ਕਿਤੇ ਨਾ ਕਿਤੇ ਡਰਾਉਣ ਵਾਲੀਆਂ ਖਬਰਾਂ ਜ਼ਰੂਰ ਨੇ, ਬਿਲਕੁਲ ਨੇ। ਬਟ ਦੂਸਰੇ ਪਾਸੇ ਜਿਹੜੀ ਟੂਰਿਜ਼ਮ ਇੰਡਸਟਰੀ ਆ ਇਹ ਮੁੜ ਪਟੜੀ ਦੇ ਉੱਪਰ ਆ ਰਹੀ ਆ। ਔਰ ਇਸ ਸਮੇਂ ਦੇ ਵਿੱਚ ਸਭ ਤੋਂ ਵੱਧ ਅਗਰ ਫਾਇਦਾ ਲਿਆ ਆ ਤੇ ਉਹ ਮੁਲਕ ਹੈ ਜਿਹਦੇ ਵਿੱਚ ਸਾਡੇ ਸਭ ਤੋਂ ਵੱਧ NRIs ਨੇ।
ਸੋ ਅਗਰ ਅਸੀਂ ਆਪਣੇ ਨਾਨ ਰੈਜ਼ੀਡੈਂਟਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਤਾਦਾਦ ਜਿਹੜੀ ਆ ਸਾਡੇ ਲੋਕਾਂ ਦੀ ਉਹ ਦੁਬਈ ਦੇ ਵਿੱਚ ਵਸਦੀ ਹੈ, UAE। UAE ਦੇ ਹਾਂ, UAE ਨੇ ਟੂਰਿਸਟ ਵੀਜ਼ਾਸ ਦੇ ਵਿੱਚ ਬਹੁਤ ਵਾਧਾ ਕੀਤਾ ਔਰ ਮਤਲਬ ਪੂਰੇ ਕੋਵਿਡ ਦੇ ਸਮੇਂ ਦੇ ਵਿੱਚ ਅਗਰ ਟੂਰਿਜ਼ਮ ਦੇ ਵਿੱਚ ਕੋਈ ਟੌਪ ਡੈਸਟੀਨੇਸ਼ਨ ਰਿਹਾ ਆ ਉਹ ਦੁਬਈ ਰਿਹਾ ਆ। ਸੋ ਹੁਣ ਦੁਬਈ, ਯੂਰਪ, USA, ਕੈਨੇਡਾ, UK, ਆਸਟ੍ਰੇਲੀਆ, ਆਲਮੋਸਟ ਸਾਰੇ ਸੈਕਟਰਸ ਓਪਨ ਨੇ ਹੁਣ। ਸੋ ਬਹੁਤ ਸਾਰੀਆਂ ਰਿਸਟ੍ਰਿਕਸ਼ਨ ਸੀਗੀਆਂ ਪਹਿਲਾਂ ਟਰੈਵਲਰਸ ਦੇ ਉੱਪਰ ਵੀ, ਸੋ ਉਹ ਹੌਲੀ ਹੌਲੀ ਰਿਸਟ੍ਰਿਕਸ਼ਨਸ ਨਾ ਮਾਤਰ ਜਾਂ ਖਤਮ ਹੋ ਗਈਆਂ ਨੇ। ਸੋ ਪਹਿਲਾਂ ਮਾਸਕ ਬਹੁਤ ਜ਼ਿਆਦਾ ਅਸੈਂਸ਼ੀਅਲ ਪ੍ਰਾਇੋਰਟਾਈਜ਼ ਕੀਤਾ ਗਿਆ ਸਾਰੇ ਪਾਸੇ। ਸੋ ਹੌਲੀ ਹੌਲੀ ਇਹਨਾਂ ਦਾ ਜਿਹੜਾ ਡਰ ਆ ਉਹ ਹੌਲੀ ਹੌਲੀ ਘਟ ਗਿਆ ਆ। ਹਾਂ, ਹੁਣ ਜੰਗ ਕਰਕੇ ਕੁਝ ਯੂਰਪੀਅਨ ਫਲਾਈਟਸ ਕਰਕੇ ਵਿਦਨ ਯੂਰਪ ਜਿਹੜਾ ਟੂਰਿਜ਼ਮ ਆ ਉਹ ਥੋੜਾ ਬਹੁਤ ਇਸ ਟਾਈਮ ਇਫੈਕਟ ਹੋਇਆ ਹੈ, ਬਿਕੋਜ਼ ਜਿਹੜੀਆਂ ਫਲਾਈਟਸ ਆ ਉਹ ਸਾਰੇ ਪਾਸਿਓਂ ਉੱਡਦੀਆਂ ਸੀ। ਸੋ ਯੂਰਪੀਅਨ ਫਲਾਈਟਸ ਨੂੰ ਥੋੜਾ ਸੈਟਬੈਕ ਹੈਗਾ ਹਾਲੇ। ਸੋ ਬਿਕੋਜ਼ ਉਹਦੇ ਹਾਲਾਤ ਜਿਹੜੇ ਵਾਰ ਵਾਲੇ ਹਾਲਾਤ ਨੇ ਉਹ ਜਦ ਤੱਕ ਬਿਲਕੁਲ ਨਾਰਮਲਾਈਜ਼ ਨਹੀਂ ਹੁੰਦੇ ਤੇ ਇੱਕਦਮ ਅਸੀਂ ਆਸਾ ਪਾਸਾ ਇੰਨਾ ਸੁਰੱਖਿਅਤ ਨਹੀਂ ਜਿੱਥੇ ਲੋਕ ਫੀਲ ਕਰਦੇ। ਨਹੀਂ ਤਾਂ ਜਿਹੜਾ ਸਮਰ ਸੀਜ਼ਨ ਹੈ ਯੂਰਪ ਦੇ ਲਈ ਬਹੁਤ ਵੱਡਾ ਹੁੰਦਾ ਹੈ। ਸੋ ਯੂਰਪੀਅਨਸ ਬਿਕੋਜ਼ ਬਹੁਤ ਸਾਰੇ ਮੁਲਕਾਂ ਦੇ ਵਿੱਚ ਸਨਸ਼ਾਈਨ ਸਾਰਾ ਸਾਲ ਨਹੀਂ ਨਿਕਲਦੀ। ਸੋ ਜਿਹੜਾ ਸਮਰ ਟਾਈਮ ਆ ਇਹ ਸਨੀ ਹੁੰਦਾ ਹੈ, ਤਕਰੀਬਨ ਸਨਸ਼ਾਈਨ ਹੁੰਦਾ ਆ। ਸੋ ਇਸ ਕਰਕੇ ਇਹਨੂੰ ਬੈਸਟ ਟੂਰਿਜ਼ਮ ਸਮਾਂ ਕਿਹਾ ਜਾਂਦਾ ਅੰਟਿਲ ਸਪਟੰਬਰ ਅਕਤੂਬਰ ਤੱਕ ਇਹ ਸਮਾਂ ਚੱਲਦਾ ਉਹਨਾਂ ਦਾ। ਸੋ ਬਾਕੀ ਆਲਮੋਸਟ ਬੈਕਲੌਗ ਕੈਨੇਡਾ ਦਾ ਜ਼ਰੂਰ ਵਧਿਆ ਹੋਇਆ। ਇਸ ਤੋਂ ਇਲਾਵਾ ਟੂਰਿਜ਼ਮ ਇੰਡਸਟਰੀ ਦੀ ਰਫਤਾਰ ਫੁੱਲ ਹੈ ਇਸ ਟਾਈਮ ਦੀ। ਸੋ ਅਮਰੀਕਾ 3rd ਨੰਬਰ ਤੇ ਹੁੰਦਾ 9.8% ਉੱਥੇ ਨਾਨ ਰੈਜ਼ੀਡੈਂਟ ਇੰਡੀਅਨਸ ਰਹਿੰਦੇ ਨੇ। ਜੇ ਆਪਾਂ ਪੂਰੇ ਵਰਲਡ ਦੀ ਦੇਖੀਏ, ਪੂਰੀ ਦੁਨੀਆ ਦੀ ਸਭ ਤੋਂ ਤੀਸਰੀ ਸਭ ਤੋਂ ਵੱਧ ਜਿਹੜੀ ਆਬਾਦੀ NRIs ਦੀ ਉਹ ਅਮਰੀਕਾ ਦੇ ਵਿੱਚ ਹੈ। 12 ਲੱਖ ਦੇ ਕਰੀਬ ਸ਼ਾਇਦ 12,80,000 ਆਲਮੋਸਟ 13 ਲੱਖ ਹੋ ਗਏ। ਹਾਂ, ਆਲਮੋਸਟ 13 ਲੱਖ ਹੈ ਔਰ ਆਲਮੋਸਟ 10% ਦੇ ਕਰੀਬ ਹੈ ਸਾਡੇ ਮਤਲਬ ਜਿਹੜੇ US ਦੇ ਵਿੱਚ ਲੋਕ ਵਸਦੇ ਨੇ। ਨਾਈਸ। ਸੋ ਇਹ ਹੈ US ਦੀ ਸਾਰੀ ਇੰਡਸਟਰੀ ਜੋ ਟੂਰਿਜ਼ਮ ਦੇ ਉੱਤੇ ਫੋਕਸ ਕਰ ਰਹੀ ਹੈ ਇਸ ਵਕਤ, ਔਰ ਪੂਰੇ ਵਰਲਡ ਦੇ ਤੁਸੀਂ ਹੋਰ ਦੱਸਿਆ ਹੋਰ ਕੰਟਰੀਜ਼ ਵੀ, ਬਿਕੋਜ਼ ਸੀਜ਼ਨ ਸਨੀ ਸੀਜ਼ਨ ਸ਼ੁਰੂ ਹੋਣ ਵਾਲਾ ਤਾਂ ਇਸ ਕਰਕੇ ਸਾਰੇ ਗੇਟਸ ਓਪਨ ਨੇ ਔਰ ਵੈਦਰ ਓਪਨ ਹੈ, ਨੇਚਰ ਨੇ ਓਪਨ ਕੀਤਾ, ਇਸ ਕਰਕੇ ਲੋਕ ਆਉਣਾ ਪਸੰਦ ਕਰਦੇ ਨੇ। ਨਾਲ ਦੀ ਨਾਲ ਇੱਕ ਹੋਰ ਨਿਊਜ਼ ਵੀ ਬੜੀ ਚਰਚਾ 'ਚ ਰਹੀ ਹੈ ਕਿ ਇੱਕ ਤਾਂ ਤੁਸੀਂ ਇਹ ਗੱਲ ਕੀਤੀ ਨਾ ਕੋਵਿਡ ਦੇ ਕਰਕੇ ਉਹ ਜੋ ਬੀਐਡ ਦਾ ਕੇਸ ਵੀ ਕੈਨੇਡਾ ਦੇ ਵਿੱਚ ਹੋਇਆ ਸੀਗਾ ਕਿ ਇੰਪਲੋਇਮੈਂਟ ਨਹੀਂ ਦਿੱਤੀ ਜਾ ਰਹੀ ਸੀ ਔਰ ਸਿੱਖ ਜੈਂਟਲਮੈਨ ਨੂੰ ਕਾਫੀ ਮੁਸ਼ਕਿਲ ਆ ਰਹੀ ਸੀ। ਖੈਰ ਉਹ ਵੀ ਖੁੱਲ ਗਿਆ ਹੈ ਹੁਣ, ਉਹ ਰਿਲੈਕਸੇਸ਼ਨ ਮਿਲ ਚੁੱਕੀ ਹੈ, ਉਹ ਵੀ ਜੁਆਇਨ ਕਰ ਰਹੇ ਨੇ। ਸੋ ਕੈਨੇਡਾ ਦੀ ਧਰਤੀ 'ਤੇ ਆਪਾਂ ਚੱਲਦੇ ਹਾਂ। ਕੈਨੇਡਾ ਦੇ ਵਿੱਚ ਸੁਣਿਆ ਕਿ ਨਵੀਂ ਟਾਸਕ ਫੋਰਸ ਬਣਾਈ ਗਈ ਹੈ ਕੁਝ ਮਿਨਿਸਟਰਸ ਨੂੰ ਲੈ ਕੇ ਔਰ ਸਾਰਾ ਕੁਝ ਫੋਕਸ ਕੀਤਾ ਗਿਆ ਕਿ ਟੂਰਿਜ਼ਮ ਕੇਸਿਸ ਦਾ ਬੈਕਲੌਗ ਜਿਹੜਾ ਉਹ ਕੱਢਿਆ ਜਾਵੇ ਔਰ ਇਸ ਦੇ ਨਾਲ ਇੰਪਰੂਵ ਕਰ ਰਹੀਆਂ ਨੇ ਕੰਡੀਸ਼ਨਸ ਔਰ ਲੋਕਾਂ ਦਾ ਰੁਝਾਨ ਵੀ ਵੱਧਦਾ ਪਿਆ। ਇਹ ਫਸਟ ਟਾਈਮ ਹੋਇਆ ਸ਼ਾਇਦ ਇਹ ਟਾਸਕ ਫੋਰਸ ਜੋ ਮਿਨਿਸਟਰਸ ਦੀ ਬਣਾਈ ਗਈ ਹੈ। ਬੇਸਿਕਲੀ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਇੰਡਸਟਰੀ ਹੈ ਨਾ ਕੈਨੇਡਾ ਲਈ ਬਹੁਤ ਵੱਡੀ ਹੈ। ਸੋ ਕੈਨੇਡਾ ਦੀ ਇਕਨੋਮੀ ਦੀ ਰਫਤਾਰ, ਪੈਸਾ, ਹਰ ਇੱਕ ਚੀਜ਼ ਇਹ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈ। ਸੋ ਪਾਸਪੋਰਟਸ ਦੇ ਮਸਲੇ ਹੋਣ, ਚਾਹੇ ਇਮੀਗ੍ਰੇਸ਼ਨ ਦੇ ਮਸਲੇ ਹੋਣ, ਚਾਹੇ ਮਤਲਬ ਜਿੰਨੀਆਂ ਵੀ ਇਹਦੇ ਨਾਲ ਦੀਆਂ ਸਰਵਿਸਿਜ਼ ਨੇ, ਅਲਾਈਡ ਸਰਵਿਸਿਜ਼ ਨੇ, ਉਹ ਸਾਰੀਆਂ ਦੇ ਵਿੱਚ ਕੈਨੇਡਾ ਪਿਛਲੇ ਕਾਫੀ ਸਮੇਂ ਤੋਂ ਜੂਝ ਰਿਹਾ ਹੈ। ਜੂਝ ਇਸ ਕਰਕੇ ਰਿਹਾ ਬਿਕੋਜ਼ ਕੋਵਿਡ ਦੇ ਵਿੱਚ ਰਫਤਾਰ ਢਿੱਲੀ ਨਹੀਂ ਕੀਤੀ, ਕੋਵਿਡ ਦੇ ਵਿੱਚ ਐਪਲੀਕੇਸ਼ਨਸ ਲੈਣੋਂ ਬੰਦ ਨਹੀਂ ਕੀਤੀਆਂ। ਸੋ ਉਹ ਕੰਟੀਨਿਊਸਲੀ ਲਗਾਤਾਰ ਜਿਹੜੀਆਂ ਐਪਲੀਕੇਸ਼ਨਸ ਦਾ ਫਲੋ ਆ ਉਹ ਵੱਧਦਾ ਗਿਆ ਔਰ ਫਿਜ਼ੀਕਲ ਵਰਕਿੰਗ ਦੀ ਜਿਹੜੀ ਤਰੀਕਾ ਸੀ ਉਹ ਆਲਮੋਸਟ ਖਤਮ ਹੋ ਗਿਆ। ਕੈਨੇਡਾ ਇੱਕ ਸਮਾਂ ਸੀ ਪੇਪਰ ਫਾਈਲਸ ਵੀ ਅਸੈਪਟ ਕਰਦਾ ਸੀ। ਸੋ ਕੈਨੇਡਾ ਇਜ਼ 100% ਆਨਲਾਈਨ ਨਾਓ। ਕੈਨੇਡਾ ਦੀ ਐਪਲੀਕੇਸ਼ਨ ਹੁਣ ਪੇਪਰਲੈਸ ਹੈ, ਟੋਟਲ ਪੇਪਰਲੈਸ। ਸੋ ਜੋ ਕੁਝ ਹੈਗਾ ਸਾਰਾ ਕੋਈ ਫਾਈਲ ਆਨਲਾਈਨ ਲੱਗਦੀਆਂ ਨੇ। ਸੋ ਉਹ ਪਹਿਲਾਂ ਉਹਨਾਂ ਨੇ ਇਹ ਈਜ਼ੀ ਕੀਤਾ ਕਿ ਜਿੰਨੇ ਵੀ ਸਾਡੇ ਸਰਵਿਸਿਜ਼ ਦੇ ਵਿੱਚ ਨੇ ਇਮੀਗ੍ਰੇਸ਼ਨ ਦੇ ਵਿੱਚ ਉਹ ਫਾਈਲਸ ਨੂੰ ਕਿਤੋਂ ਵੀ ਐਕਸੈਸ ਕਰਕੇ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰ ਪਾਉਣ ਜੀ। ਬਟ ਉਹਦੇ ਬਾਵਜੂਦ ਵੀ ਪਿਛਲੇ ਸਪਟੰਬਰ ਤੋਂ ਸ਼ੁਰੂ ਹੋਇਆ, ਉਦੋਂ ਤਕਰੀਬਨ 14 ਲੱਖ ਫਾਈਲ ਸੀਗੀਆਂ। ਸੋ ਕੈਨੇਡਾ ਨੇ ਆਪਣੀ ਮਿਨਿਸਟਰ ਨੂੰ ਉਸ ਟਾਈਮ ਅਸਤੀਫਾ ਦੇਣਾ ਪਿਆ ਕਿ ਇੰਨਾ ਤਕੜਾ ਬੈਕਲੌਗ ਹੈ। ਸੋ ਨਵੇਂ ਮਿਨਿਸਟਰ ਆਏ, ਨਵੇਂ ਮਿਨਿਸਟਰ ਦੇ ਨਾਲ ਪੈਸੇ ਆਏ, ਨਵੀਆਂ ਜੌਬਸ ਆਈਆਂ। ਸੋ ਫਾਈਨਲੀ ਬਹੁਤ ਸਾਰੀਆਂ ਐਪਲੀਕੇਸ਼ਨਸ ਪ੍ਰੋਸੈਸ ਹੋਈਆਂ ਬਟ ਉਹਦੇ ਬਾਵਜੂਦ ਵੀ ਉਹ 18 ਲੱਖ ਫਿਰ 2.1 ਮਿਲੀਅਨ। ਸੋ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਉਹ ਲਗਭਗ 24 ਤੋਂ 25 ਲੱਖ ਫਾਈਲਸ ਦੀ ਹੈ। ਓਕੇ, ਸੋ ਹਾਲੇ ਵੀ ਉਹਨਾਂ ਕੋਲ 25 ਲੱਖ ਫਾਈਲਸ ਪੈਂਡਿੰਗ ਪਈਆਂ ਨੇ ਜਿਨ੍ਹਾਂ ਦੇ ਉੱਪਰ ਵੀਜ਼ਾਸ ਜਾਂ ਰਿਜ਼ਲਟਸ ਜਾਂ ਡਿਸੀਜਨਸ ਆਉਣ ਵਾਲੇ ਬਾਕੀ ਨੇ। ਸੋ ਇਹਦੇ ਸਭ ਦੇ ਲਈ ਲਾਈਕ ਕਿਉਂਕਿ ਵੱਡਾ ਸਭ ਤੋਂ ਮੰਤਰਾਲਾ ਆ ਔਰ ਅਰਨਿੰਗ ਵਾਲਾ ਆ। ਸੋ ਕੈਨੇਡਾ ਨੇ ਕੀ ਕੀਤਾ, ਕੈਨੇਡਾ ਨੇ ਫਾਈਨਲੀ ਇੱਕ ਮਿਨਿਸਟਰਸ ਦੀ ਟਾਸਕ ਫੋਰਸ ਬਣਾਈ ਹੈ। ਉਹਦੇ 'ਚ ਅਲੱਗ-ਅਲੱਗ ਮਿਨਿਸਟਰਸ ਨੇ। ਸੋ ਇਹ ਟਾਸਕ ਫੋਰਸ ਕੀ ਕੰਮ ਕਰੇਗੀ ਕਿ ਕੈਨੇਡਾ ਦੇ ਪਾਸਪੋਰਟਸ ਦੇ ਮਸਲੇ ਨੇ ਜਾਂ ਇਮੀਗ੍ਰੇਸ਼ਨ ਦੇ ਮਸਲੇ ਨੇ, ਜਿੰਨੇ ਵੀ ਮਾਈਗ੍ਰੈਂਟਸ ਦੇ ਨਾਲ ਜੁੜੀਆਂ ਪਈਆਂ ਚੀਜ਼ਾਂ ਨੇ, ਚਾਹੇ ਉਹ ਐਪਲੀਕੇਸ਼ਨਸ ਨੇ,
ਸੋ ਇਹਨਾਂ ਦੇ ਵਿੱਚ ਇਹਨਾਂ ਨੂੰ ਫਾਸਟ ਹੋਰ ਕਰਨ ਲਈ ਜੀ ਉਹ ਇਹਨਾਂ ਨੂੰ ਫੀਡਬੈਕ ਦੇਗੀ। ਔਰ ਇਹਦੇ ਨਾਲ ਹੀ ਕੈਨੇਡਾ ਦੇ ਵਿੱਚ ਕਿਹੜੇ ਖੇਤਰਾਂ ਨੂੰ ਅਸੀਂ ਹੋਰ ਇੰਪਰੂਵ ਕਰਨਾ ਆ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ, ਪੁਆਇੰਟਸ ਨੂੰ ਲੈ ਕੇ, ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਚਰਚਾ ਆ, ਇਹ ਮਿਨਿਸਟਰਸ ਦੀ ਟਾਸਕ ਫੋਰਸ ਉਹਦੇ ਵਿੱਚ ਵੀ ਮਦਦ ਕਰੇਗੀ। ਓਕੇ। ਸੋ ਇਹ ਟਾਸਕ ਫੋਰਸ ਦਾ ਕੰਮ ਹੈ ਲਾਈਕ ਏਰੀਆਜ਼ ਨੂੰ ਆਇਡੈਂਟੀਫਾਈ ਕਰਨਾ, ਤਾਂ ਕਿ ਜਿਹਦੇ ਵਿੱਚ ਕੈਨੇਡਾ ਹੋਰ ਬਿਹਤਰ ਹੋ ਸਕੇ ਔਰ ਆਪਣੀਆਂ ਜਿਹੜੀ ਇਮੀਗ੍ਰੇਸ਼ਨ ਸਰਵਿਸਿਜ਼ ਹੋਰ ਇੰਪਰੂਵ ਕਰ ਸਕੇ। ਹਾਂ, ਇਹ ਪਹਿਲੀ ਵਾਰੀ ਹੋਇਆ ਕਿ ਅੱਗੇ ਟਾਸਕ ਫੋਰਸ ਜਿਹੜੀ ਬਣਦੀ ਸੀ ਉਹ ਕੰਮ ਕਰਨ ਵਾਲਿਆਂ ਦੀ ਬਣਦੀ ਸੀ, ਐਤਕੀ ਕੰਮ ਕਰਾਉਣ ਵਾਲਿਆਂ ਦੀ ਟਾਸਕ ਫੋਰਸ ਬਣੀ ਹੈ, ਚੁਣੇ ਹੋਏ ਲੋਕਾਂ ਦੀ ਬਣੀ ਹੈ। ਔਰ ਇਹ ਚੀਜ਼ਾਂ ਸੁਭਾਵਕ ਨੇ ਕੈਨੇਡਾ ਦੇ ਵਿੱਚ, ਬਿਕੋਜ਼ ਕੈਨੇਡਾ ਲਾਈਕ ਇੱਕ ਚੰਗਾ ਡੈਮੋਕ੍ਰੇਟਿਕ ਕੰਟਰੀ ਹੈ, ਜਿੱਥੇ ਅਗਰ ਤੁਸੀਂ ਦਾੜੀ ਵਾਲਾ ਕੇਸ ਦੀ ਵੀ ਗੱਲ ਕਹਿ ਰਹੇ ਹੋ ਤਾਂ ਇੱਕ ਦਿਨ ਦੇ ਵਿੱਚ ਹੀ ਫੈਸਲਾ ਆ ਗਿਆ। ਸਾਡੇ ਇੱਥੇ ਹੁੰਦਾ ਤਾਂ ਪਤਾ ਨਹੀਂ ਉਹਨੂੰ ਸਦੀਆਂ ਲੱਗ ਜਾਣੀਆਂ ਸੀ, ਜਾਂ ਤੇ ਫੈਸਲਾ ਲੈਣ ਲਈ ਤੇ ਜਾਂ ਫੈਸਲਾ ਪਲਟਣ ਲਈ। ਫਿਰ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਵੀ ਹੋਣੇ ਸੀ। ਉਹੀ ਕਹਿ ਰਿਹਾ, ਜਾਂ ਫੈਸਲਾ ਲੈਣ ਲਈ ਸਾਨੂੰ ਸਦੀਆਂ ਲੱਗਦੀਆਂ ਨੇ, ਜਾਂ ਫੈਸਲਾ ਪਲਟਾਉਣ ਲਈ ਸਾਨੂੰ ਬਹੁਤ ਸਮਾਂ ਲੱਗਦਾ ਆ। ਸੋ ਕਿਸਾਨ ਅੰਦੋਲਨ 'ਚ ਵੀ ਅਸੀਂ ਵੇਖਿਆ ਕਿ ਬਹੁਤ ਦੇਰ ਚੀਜ਼ਾਂ ਇਸੇ ਤਰੀਕੇ ਨਾਲ ਹੀ ਰਹੀਆਂ। ਸੋ ਅਲਟੀਮੇਟਲੀ ਜਿਹੜਾ ਟਰੁੱਥ ਹੈ ਉਹ ਇਹ ਹੈ ਕਿ ਉਹ ਇੱਕ ਚੰਗਾ ਡੈਮੋਕ੍ਰੇਟਿਕ ਕੰਟਰੀ ਹੈ, ਜਿੱਥੇ ਇਮੀਗ੍ਰੈਂਟਸ ਦੀ ਕਦਰ ਹੈ ਔਰ ਉਹ ਹਰ ਚੀਜ਼ ਉੱਥੇ ਤਵੱਜੋ ਦਿੱਤੀ ਜਾਂਦੀ ਹੈ ਜਿਹੜੀ ਇਮੀਗ੍ਰੈਂਟਸ ਦੇ ਭਲੇ ਲਈ ਹੈ। ਨੈਚੁਰਲੀ ਠੀਕ ਹੈ, ਮਾਈਂਡਸੈਟ ਹੈ ਸਾਡਾ, ਜੋ ਇੰਡੀਆ ਦਾ ਮਾਈਂਡਸੈਟ ਹੈ, ਜੋ ਉਹਨਾਂ ਦਾ ਮਾਈਂਡਸੈਟ ਹੈ, ਟੋਟਲੀ ਡਿਫਰੈਂਟ ਹੈ, ਬਹੁਤ ਫਾਸਟ ਡਿਸੀਜਨ ਹੁੰਦੇ ਨੇ। ਸੋ ਆਈ ਥਿੰਕ ਕਿ ਜੋ ਇਹ ਟਾਸਕ ਫੋਰਸ ਬਣੀ ਹੈ ਮਿਨਿਸਟਰਸ ਦੀ, ਕੰਮ ਦੇ ਉੱਤੇ ਕਾਫੀ ਵਧੀਆ ਪ੍ਰਭਾਵ ਪਾਏਗਾ, ਕਿਉਂਕਿ ਪਿੱਛੇ ਜੇ ਵੀ ਉਹਨਾਂ ਨੇ ਕਾਫੀ ਇਨਵੈਸਟਮੈਂਟਸ ਕੀਤੀਆਂ ਸੀ ਆਪਣੇ ਕੰਪਿਊਟਰਸ ਨੂੰ ਲੈ ਕੇ, ਸੌਫਟਵੇਅਰ ਨੂੰ ਲੈ ਕੇ, ਤਾਂ ਕਿ ਕੰਮ ਨੂੰ ਹਾਂ ਬੇਸਿਕਲੀ ਇਹਨੂੰ ਬਹੁਤ ਜ਼ਿਆਦਾ ਆਈਟੀ ਨਾਲ ਜੋੜ ਕੇ, ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ। ਬਟ ਅਸਲ ਦੇ ਵਿੱਚ ਕੀ ਹੈ ਕਿ ਐਪਲੀਕੇਸ਼ਨਸ ਨੂੰ ਪ੍ਰਾਇੋਰਟਾਈਜ਼ ਕਰਨ ਦਾ ਤਰੀਕਾ ਹੀ ਸੀਗਾ ਉਹ ਵੀ, ਕਿ ਜਿਹੜੀਆਂ ਐਪਲੀਕੇਸ਼ਨ ਦੇ ਡਿਸੀਜਨਸ ਜਲਦੀ ਚਾਹੀਦੇ ਆ ਉਹਨਾਂ ਨੂੰ ਚੁਣ ਕੇ ਵੱਖਰਾ ਕਰ ਲਓ। ਜਿੱਦਾਂ ਹੁਣ ਬੱਚਿਆਂ ਦੀ ਇਨਟੇਕ ਹੀ ਸੀਗੀ, ਸੋ ਜਿੱਦਾਂ ਐਪਲੀਕੇਸ਼ਨ ਬਹੁਤ ਸਾਰੀਆਂ ਪਈਆਂ, ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਇੱਕ ਪਰਟੀਕੂਲਰ ਸੈਗਮੈਂਟ ਛੱਡ ਲਿਆ, ਕਿ ਪਿੱਛੋਂ ਐਪਲੀਕੇਸ਼ਨ ਚੱਲਦੀਆਂ ਆ ਰਹੀ ਸੀ, ਅਕਤੂਬਰ ਦੀਆਂ ਫਾਈਲਾਂ ਕੱਢੀਆਂ, ਅੱਗੇ ਨਵੰਬਰ ਦੀਆਂ ਆ ਗਈਆਂ। ਸੋ ਇੱਥੋਂ ਤੱਕ ਸਭ ਸਮਾਂ ਠੀਕ ਸੀਗਾ। ਇੱਕਦਮ ਉਹਨਾਂ ਨੇ ਕੀ ਕੀਤਾ, ਮਈ ਤੋਂ ਨਵੰਬਰ ਤੱਕ ਥੋੜਾ ਬਹੁਤ ਜਦੋਂ ਭਾਰ ਪਿਆ ਤਾਂ ਉਹਨਾਂ ਨੇ ਕੰਮ ਕੱਢਿਆ। ਨਵੰਬਰ ਤੇ ਆ ਕੇ ਉਹਨਾਂ ਨਵੰਬਰ ਵਾਲੀਆਂ ਛੱਡਤੀਆਂ, ਉਸ ਤੋਂ ਬਾਅਦ ਸਿੱਧੀਆਂ ਮਾਰਚ ਲਈ ਚੱਕ ਲੀਆਂ। ਸੋ ਆ 3-4 ਮਹੀਨੇ ਛੱਡ ਲਏ ਕਿ ਇਹਨਾਂ ਨੇ ਆਲਰੇਡੀ ਸਫਰ ਕੀਤਾ ਆ, ਸੋ ਇਹਨਾਂ ਨੂੰ ਹੋਰ ਸਫਰ ਕਰ ਲੈਣ ਦਿਓ। ਜਿਹੜੇ ਅੱਜ ਨਵੇਂ ਆ ਰਹੇ ਆ, ਨਵੇਂ ਕਲਾਇੰਟਸ ਨੇ ਜਿਨ੍ਹਾਂ ਨੇ ਹੁਣੇ ਇਨਵੈਸਟ ਕੀਤਾ ਆ, ਇਹਨਾਂ ਨੂੰ ਸੌਖੇ ਕਰ ਦਿਓ। ਸੋ ਇੱਥੋਂ ਐਪਲੀਕੇਸ਼ਨਸ ਚੱਕ ਕੇ ਉਹ ਹੁਣ ਇਹ ਉਹਨਾਂ ਨੇ ਸਟ੍ਰੀਮਲਾਈਨ ਕਰ ਲਿਆ ਕਿ ਅੱਜ ਐਪਲੀਕੇਸ਼ਨ ਆਉਂਦੀ ਹੈ, ਉਹਨੂੰ 2 ਤੋਂ 3 ਮਹੀਨੇ ਮੈਕਸਿਮਮ ਟਾਈਮ ਆ। ਕਿਸੇ ਸਮੇਂ ਦੇ ਵਿੱਚ 6 ਮਹੀਨੇ ਬਾਅਦ ਫੈਸਲਾ ਆ ਰਿਹਾ, ਸਾਲ ਬਾਅਦ ਫੈਸਲਾ ਆ ਰਿਹਾ, 1.5 ਸਾਲ ਬਾਅਦ ਫੈਸਲਾ ਆ ਰਿਹਾ। ਤੁਸੀਂ ਸੋਚੋ, ਆਮ ਸਟੂਡੈਂਟ ਨੇ ਕੈਨੇਡਾ ਜਾਣਾ, ਉਹਦਾ ਫੈਸਲਾ ਹੀ 1.5 ਸਾਲ ਬਾਅਦ ਆ ਰਿਹਾ, ਤੇ ਬੱਚੇ ਨੂੰ ਕੀ ਬਈ ਇੱਥੇ ਪੜ੍ਹੇ, ਉੱਥੇ ਸਿਲੈਕਟ ਆ, ਇੱਥੇ ਸਿਲੈਕਟ ਆ। ਸੋ ਵਿੱਚ ਕੁਝ ਗਲਤੀਆਂ ਵੀ ਹੋਈਆਂ। ਇਹਨਾਂ ਨੇ ਲਾਈਕ ਇੱਕ AIP ਨਾਮ ਦਾ ਕੱਢੀ ਸੀ ਸਕੀਮ, ਕਿ ਜਿਹੜੇ ਐਪਲੀਕੇਸ਼ਨਸ ਦੀਆਂ ਜਿਹੜੇ ਐਪਲੀਕੈਂਟਸ ਦੀਆਂ ਐਪਲੀਕੇਸ਼ਨ ਅਪਰੂਵ ਹੋ ਜਾਂਦੀਆਂ, ਉਹਨਾਂ ਨੂੰ ਪਤਾ ਹੁਣ ਵੀਜ਼ਾ ਲੱਗ ਨਹੀਂ ਸਕਦਾ। ਸੋ ਉਹਨਾਂ ਨੂੰ ਇੰਡੀਕੇਸ਼ਨ ਦੇਤੀ ਕਿ ਤੁਹਾਡਾ ਕੇਸ ਅਪਰੂਵ ਹੋ ਗਿਆ, ਬਸ ਜਿੱਦਣ ਵੀਜ਼ਾ ਦਫ਼ਤਰ ਖੁੱਲੂਗਾ ਜਾ ਕੇ ਪਾਸਪੋਰਟ ਸੁੱਟ ਕੇ ਤੇ ਨਵਾਂ ਪਾਸਪੋਰਟ ਤੁਸੀਂ ਸਟicker ਲਵਾ ਲੈਣਾ। ਮੁੜ ਕੇ ਉਹ ਵੀ ਸਾਰੇ ਰੱਦ ਕੀਤੇ ਇਹਨਾਂ ਨੇ। ਸੋ ਆਬਵੀਅਸਲੀ ਪ੍ਰਾਇੋਰਟਾਈਜ਼ ਜਦੋਂ ਕੀਤਾ ਗਿਆ, ਉਹਦੇ ਵਿੱਚ ਇੱਕ ਸਿਸਟਮ ਸਮਝ ਲੱਗਾ ਕਿ ਬਹੁਤ ਸਾਰੀਆਂ ਐਪਲੀਕੇਸ਼ਨ 6 ਬੈਂਡ ਤੋਂ ਥੱਲੇ ਵਾਲੀਆਂ ਵੀ ਹੈਗੀਆਂ ਆ। ਸੋ ਉਹ ਐਲਗੋਰਿਦਮਸ ਨੇ ਇਹ ਕੰਮ ਕੀਤਾ ਕਿ ਉਹ ਸਾਰੀਆਂ ਐਪਲੀਕੇਸ਼ਨਸ ਨੂੰ ਇਗਨੋਰ ਕਰਨ ਦੇ ਵਿੱਚ ਹੈਲਪ ਕੀਤੀ। ਰਾਈਟ ਸਰ। ਸੋ ਉਹਦੇ ਨਾਲ ਫਾਇਦਾ ਇਹ ਹੋਇਆ ਕਿ ਜਿਹੜੇ ਅੱਛੇ ਸਟੂਡੈਂਟਸ ਆ ਉਹਨਾਂ ਨੂੰ ਵੀਜ਼ਾਸ ਜਲਦੀ ਮਿਲ ਗਏ। ਸੋ ਟਾਸਕ ਫੋਰਸ ਵੀ ਇਹੋ ਜਿਹੇ ਕੋਈ ਡਿਸੀਜਨਸ ਲਏਗੀ। ਸੋ ਇਹ ਇੱਥੋਂ ਤੱਕ ਕਿ ਜਿਹੜੇ ਇਮੀਗ੍ਰੈਂਟ ਕੇਸਿਸ ਨੇ ਇੰਟਰਨਲੀ, ਜਿਨ੍ਹਾਂ ਨੇ ਆਪਣੀਆਂ ਐਕਸਟੈਂਸ਼ਨਸ ਪਾਈਆਂ ਨੇ, ਪਰਮਿਟਸ ਪਾਏ ਨੇ, ਪਾਸਪੋਰਟਸ ਦੇ ਮਸਲੇ ਨੇ, ਸੋ ਇਹ ਉਹ ਸਾਰਿਆਂ ਨੂੰ ਧਿਆਨ ਦੇਗੀ, ਇਕੱਲੀਆਂ ਐਪਲੀਕੇਸ਼ਨਸ ਨੂੰ ਨਹੀਂ। ਰਾਈਟ। ਸੋ ਇਹ ਟਾਸਕ ਫੋਰਸ ਪੂਰੀ ਦੀ ਪੂਰੀ ਮਿਨਿਸਟਰੀ ਦੀ ਹੈ ਇੱਕ ਤਰੀਕੇ ਨਾਲ, ਕਿ ਇੱਕ ਮਿਨਿਸਟਰ ਦੇ ਥੱਲੇ ਨਾਲ ਹੋਰ ਮਿਨਿਸਟਰਸ ਐਡ ਆਨ ਕੀਤੇ ਗਏ ਆ, ਕਿ ਜਿਹੜੇ ਇਕੱਲੇ ਇੱਕ ਡਿਪਾਰਟਮੈਂਟ ਨੂੰ ਹੋਰ ਐਕਸਪੈਂਡ ਕੀਤਾ ਗਿਆ ਤਾਂ ਕਿ ਉਹ ਹੋਰ ਚੰਗੇ ਤਰੀਕੇ ਨਾਲ ਕੰਮ ਕਰ ਸਕੇ, ਬਿਕੋਜ਼ ਇਕਨੋਮੀ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਦੀ। ਬਿਕੋਜ਼ ਜਿਹੜੀ ਕੈਨੇਡਾ ਦੀ ਇਕਨੋਮੀ ਹੈ, ਉਹਦਾ ਬੇਸ ਕਾਫੀ ਹੱਦ ਤੱਕ ਇਮੀਗ੍ਰੇਸ਼ਨ ਇੰਡਸਟਰੀ ਹੈ, ਜੋ ਤਾਂ ਇਸ ਕਰਕੇ ਉਹ ਜ਼ਿਆਦਾ ਤਰਜੀਹ ਦਿੰਦੇ ਨੇ। ਅਮਰੀਕਾ ਕੰਪੈਰੀਟਿਵਲੀ ਕਈ ਜਾਂ ਹੋਰ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ। ਖੈਰ ਉਹ ਤਾਂ ਆਪਾਂ ਜੇ ਡਿਸਕਸ਼ਨ 'ਚ ਨਿਕਲੇ ਤਾਂ ਬਹੁਤ ਵੱਖਰੇ ਟਰੈਕ ਤੇ ਨਿਕਲ ਜਾਂਦੇ। ਜੀ। ਸੋ ਉਸ ਤੋਂ ਬਾਅਦ ਆਉਂਦੇ ਆਪਾਂ UK ਤੇ। UK ਦਾ ਵੀ ਸੁਣਨ ਚ ਆ ਰਿਹਾ ਕਿ ਯੂਨੀਵਰਸਿਟੀਆਂ ਕਾਫੀ ਓਪਨ ਹੋ ਰਹੀਆਂ ਨੇ, ਇੰਡੀਅਨ ਸਟੂਡੈਂਟਸ ਨੂੰ ਕਾਫੀ ਲੈ ਰਹੀਆਂ ਨੇ, ਕਾਫੀ ਫਾਇਦਾ ਹੋ ਰਿਹਾ ਇੰਡੀਅਨ ਸਟੂਡੈਂਟਸ ਨੂੰ। ਇਹਦਾ ਕੀ ਸਿਨੈਰੀਓ ਬਣ ਰਿਹਾ, ਕਦੋਂ ਤੱਕ ਓਪਨ ਹੋ ਰਿਹਾ ਹੈ ਔਰ ਕਿੰਨੀ ਗਿਣਤੀ ਦੇ ਵਿੱਚ ਇਹ ਸਭ ਮਿਲ ਸਕਦਾ ਹੈ? ਸੰਜੀਵ ਜੀ, ਆਲਮੋਸਟ UK ਨੇ 10 ਸਾਲ ਬਾਅਦ ਓਪਨ ਕੀਤਾ ਆ, ਐਂਡ ਇਟਸ ਲਾਈਕ ਵੰਡਰਫੁਲ ਓਪਰਚੁਨਿਟੀ ਫॉर ਆਰ ਸਟੂਡੈਂਟਸ। ਮਤਲਬ ਮੈਂ ਇਹਨੂੰ ਐਜੂਕੇਸ਼ਨ ਦੇ ਵਿੱਚ, ਸਿੱਖਿਆ ਦੇ ਮਿਆਰ ਦੇ ਵਿੱਚ ਮੈਂ ਸਭ ਤੋਂ ਹਾਈਐਸਟ ਮੰਨਦਾ ਆ।
ਯੂਕੇ ਦੀ ਐਜੂਕੇਸ਼ਨ। ਰਾਈਟ। ਸੋ ਯੂਕੇ ਦੀ ਐਜੂਕੇਸ਼ਨ ਇੰਨੀ ਸਟਰੋਂਗ ਹੈ ਕਿ ਤੁਸੀਂ ਕੈਨੇਡਾ ਤੋਂ ਸਟੂਡੈਂਟਸ ਯੂਕੇ ਆ ਕੇ ਪੜ੍ਹਦੇ ਦੇਖ ਸਕਦੇ ਹੋ, ਮਤਲਬ ਅਮਰੀਕਾ ਤੋਂ ਸਟੂਡੈਂਟਸ ਯੂਕੇ ਆ ਕੇ ਪੜ੍ਹਦੇ ਵੇਖ ਸਕਦੇ ਹੋ। ਔਰ ਜਿੰਨੇ ਸਾਡੇ ਲਾਈਕ ਜਿਹੜੇ ਟੌਪ ਬਿਜ਼ਨਸਮੈਨ ਆ ਉਹਨਾਂ ਦੇ ਬੱਚੇ ਯੂਕੇ ਪੜ੍ਹਦੇ ਵੇਖ ਸਕਦੇ ਹੋ। ਸੋ ਯੂਕੇ ਦੀ ਜਿਹੜੀ ਐਜੂਕੇਸ਼ਨ ਦੀ ਲੈਗੇਸੀ ਆ ਉਹ ਬਹੁਤ ਜ਼ਬਰਦਸਤ ਹੈ। ਉਹਦਾ ਸਿੱਧਾ ਮਤਲਬ ਇਹ ਹੈ ਕਿ ਜਿਹੜੀ ਯੂਨੀਵਰਸਿਟੀਜ਼ ਇੱਥੇ ਪੜ੍ਹਾਉਂਦੀਆਂ ਨੇ ਉਹ ਬਹੁਤ ਪੁਰਾਣੀਆਂ ਯੂਨੀਵਰਸਿਟੀਜ਼ ਨੇ, ਬਹੁਤ ਜ਼ਿਆਦਾ ਰਿਸਰਚ ਓਰੀਐਂਟਡ ਨੇ। ਔਰ ਜਿਹੜੇ ਪ੍ਰੋਗਰਾਮਸ ਨੇ ਸਟੂਡੈਂਟਸ ਦੇ, ਇੰਜੀਨੀਅਰਿੰਗ ਦੇ ਪ੍ਰੋਗਰਾਮਸ ਨੇ, ਬਾਇਓਮੈਡੀਕਲ ਦੇ ਪ੍ਰੋਗਰਾਮ ਨੇ, ਮੈਡੀਕਲ ਦੇ ਪ੍ਰੋਗਰਾਮਸ ਨੇ। ਸੋ ਹਰ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ, ਸਟੈਮ ਕੋਰਸਿਸ ਸਾਰੇ, ਸੋ ਮੈਨੇਜਮੈਂਟ ਦੇ ਕੋਰਸਿਸ ਨੇ ਜਿਹੜੇ, ਹਸਪਿਟੈਲਿਟੀ ਦੇ ਕੋਰਸਿਸ, ਇਹ ਇੱਕ ਅਲੱਗ ਲੈਵਲ ਹੈ। ਔਰ ਜਿਹੜੀਆਂ ਫੀਸਾਂ ਨੇ ਯੂਨੀਵਰਸਿਟੀਜ਼ ਬਹੁਤ ਐਕਸਪੈਂਸਿਵ ਵੀ ਹੈਗੀਆਂ, 40-50 ਹਜ਼ਾਰ ਪਾਉਂਡ ਤੱਕ ਯੂਨੀਵਰਸਿਟੀ ਦੀ ਫੀਸ ਹੈ। ਬਟ ਜਿਹੜੀ ਐਵਰੇਜ ਫੀਸ ਆ ਜਿੱਥੇ ਸਾਡੇ ਇੰਡੀਅਨ ਸਟੂਡੈਂਟਸ ਜਾਂਦੇ ਨੇ ਉਹ 9,000 ਪਾਉਂਡ ਤੋਂ ਸ਼ੁਰੂ ਹੋ ਕੇ 12-14 ਹਜ਼ਾਰ ਪਾਉਂਡ ਤੱਕ ਮਿਲ ਸਕਦੀ ਹੈ। ਸੋ ਆਮ ਸਟੂਡੈਂਟਸ ਅਗਰ ਯੂਕੇ ਵਿੱਚ ਪੜ੍ਹਨਾ ਚਾਹੁੰਦੇ ਆ, ਸੋ ਅਗਰ ਉਹਨਾਂ ਲਈ ਇਹ ਇਸ ਸਮੇਂ ਵਿੱਚ ਬਹੁਤ ਬਿਹਤਰ ਹੈ, ਬਿਕੋਜ਼ ਯੂਕੇ ਨੇ ਪੂਰੇ 10 ਸਾਲ ਬਾਅਦ ਵੀਜ਼ਾਜ਼ ਓਪਨ ਕੀਤੇ। ਓਕੇ। ਸੋ 2010 ਤੋਂ ਬਾਅਦ ਸਟੂਡੈਂਟਸ ਨਹੀਂ ਗਏ ਉੱਥੇ, 2020 ਦੇ ਵਿੱਚ ਜਾ ਕੇ ਸਟੂਡੈਂਟ ਦੁਆਰਾ ਓਪਨ ਅਪ ਹੋਇਆ। ਔਰ ਇਹਦੇ ਪਿੱਛੇ 2-4 ਕਾਰਨ ਵੀ ਹੈ ਕਿ ਜਿਹੜੇ ਸਟੂਡੈਂਟਸ ਨੂੰ ਅੱਜ ਵੀ ਯੂਕੇ ਬਹੁਤ ਖੁੱਲ੍ਹ ਕੇ ਪਸੰਦ ਨਹੀਂ ਆਉਂਦਾ। ਉਹ ਕਾਰਨ ਨੇ ਕਿ ਪਹਿਲੀ ਗੱਲ, ਜਿਹੜੇ ਬੱਚੇ 2010 ਦੇ ਵਿੱਚ ਗਏ ਉਦੋਂ ਯੂਕੇ ਨੂੰ ਫੰਡਸ ਚਾਹੀਦੇ ਸੀ, ਸਟ੍ਰੈਟਫੋਰਡ ਓਲੰਪਿਕਸ ਹੋਣੀਆਂ ਸੀ, ਸਟੇਡੀਅਮਸ ਬਣਨੇ ਸੀ। ਉਦੋਂ ਮਿੰਟੋ ਮਿੰਟੀ ਭਰਤੀ ਕੀਤੀ ਕਿ ਕਿਸੇ ਤਰੀਕੇ ਨਾਲ ਪੈਸਾ ਮੁਲਕ ਵਿੱਚ ਆਵੇ। ਉਦੋਂ ਲਾਇਸੈਂਸ ਦਿੱਤੇ ਗਏ ਆਮ ਛੋਟੇ-ਮੋਟੇ ਪ੍ਰਾਈਵੇਟ ਕਾਲਜਸ ਨੂੰ ਵੀ, ਲੈਂਗੁਏਜ ਸਕੂਲਸ ਨੂੰ ਵੀ, ਤੁਸੀਂ ਜਿਹੜਾ ਮਰਜ਼ੀ ਕੋਰਸ ਦੇ ਕੇ ਭਰਤੀ ਕਰੋ, ਜਿੱਥੋਂ ਮਰਜ਼ੀ ਭਰਤੀ ਕਰੋ। ਓਕੇ। ਇੱਥੋਂ ਤੱਕ ਕਿ ਜਿਹੜਾ ਵੀਜ਼ਾਸ ਐਂਡ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹ ਬਦਲ ਕੇ ਉਹਨੂੰ ਯੂਕੇ ਬਾਰਡਰ ਏਜੰਸੀ ਲਾਤਾ। ਬਾਰਡਰ ਗਾਰਡ ਮਤਲਬ ਉਹਦਾ ਫੈਸਲਾ ਲੈ ਰਿਹਾ ਸੀ। ਰਾਈਟ। ਸੋ ਉਹਦੇ ਨਾਲ ਕੀ ਕੀਤਾ, ਉਹਨੂੰ ਪੁਆਇੰਟ ਬੇਸਡ ਬਣਾਤਾ ਕਿ ਤੁਸੀਂ 40 ਪੁਆਇੰਟ ਇਕੱਲੇ ਚਾਹੀਦੇ ਆ, ਸਟੂਡੈਂਟ ਆਊਗਾ ਤੇ ਖਤਮ ਸਟੋਰੀ। ਮਤਲਬ ਤੁਸੀਂ 40 ਪੁਆਇੰਟ ਚੈੱਕ ਕਰੋ ਤੇ ਜਾਣ ਦਿਓ ਵੀਜ਼ਾ। ਜਾਣ ਦਿਓ। ਸੋ ਉਸ ਸਮੇਂ ਦੇ ਵਿੱਚ 40-40 ਸਾਲ ਦੇ ਸਟੂਡੈਂਟਸ ਆਪਣੇ ਬੱਚਿਆਂ ਨਾਲ, ਵਾਈਫ ਨਾਲ, ਮਤਲਬ ਉਦੋਂ ਵੀਜ਼ਾਸ ਲਏ। ਬਟ ਉਹ ਸਾਰੇ ਸਟੂਡੈਂਟਸ ਕੁਆਲਿਟੀ ਐਜੂਕੇਸ਼ਨ 'ਚ ਨਹੀਂ ਗਏ। ਉਹ ਜਿਹੜੇ ਕਾਲਜ ਵਿੱਚ ਗਏ, ਕਾਲਜ ਬੰਦ ਹੋ ਗਏ, ਬਲੈਕ ਲਿਸਟ ਹੋ ਗਏ, ਬੈਂਕਰਪਸੀਆਂ ਪਾਈਆਂ। ਸੋ ਜਿਹੜੇ 2010 ਤੱਕ ਸਟੂਡੈਂਟਸ ਗਏ ਉਹ ਸਾਰੇ ਖਰਾਬ ਹੋਏ, ਉਹਨਾਂ ਦਾ ਕੁਝ ਨਹੀਂ ਬਣਿਆ। ਫਿਰ 2010 ਤੋਂ ਲੈ ਕੇ 20 ਤੱਕ ਵੀਜ਼ਾ ਹੀ ਓਪਨ ਨਹੀਂ ਕੀਤਾ ਯੂਕੇ ਨੇ। ਓਕੇ। ਸੋ ਜਿਹੜਾ ਮਾੜਾ ਮੋਟਾ ਦਿਮਾਗ 'ਚ ਸੀਗਾ ਕਿ ਇਹ ਵੀਜ਼ਾ ਹੁੰਦਾ ਆ, ਉਹ ਲੈਗੇਸੀ ਭੁੱਲ ਗਏ। ਸੋ 2020 'ਚ ਜਾ ਕੇ ਓਪਨ ਅਪ ਹੋਇਆ। ਸੋ 20 ਦੇ ਵਿੱਚ ਓਪਨ ਅਪ ਹੋਇਆ। ਜਿਹੜੇ ਇਹ ਵਾਲੇ ਸਟੂਡੈਂਟਸ ਨੇ, ਹੁਣ ਦੇ ਕਰੰਟ ਸਟੂਡੈਂਟਸ ਨੇ, ਇਹਨਾਂ ਨੇ ਅੱਜ ਤੱਕ ਕੋਈ ਵੀ ਯੂਕੇ ਯੂਨੀਵਰਸਿਟੀ ਦਾ ਗ੍ਰੈਜੂਏਟ ਨਹੀਂ ਵੇਖਿਆ। ਕਿ ਅਗਰ ਅਸੀਂ ਆਪਣਾ ਇੰਡੀਅਨ ਕੋਈ ਵੇਖੀਏ, ਜਦੋਂ ਹੁਣ ਸਾਨੂੰ ਕੈਨੇਡਾ ਦੇ ਵਿੱਚ ਪਤਾ ਕਿ ਫਲਾਣੇ ਨੇ ਉੱਥੇ ਇੰਜੀਨੀਅਰਿੰਗ ਕੀਤੀ, ਫਲਾਣੇ ਨੇ ਕੋਈ ਨਾ ਕੋਈ ਪ੍ਰੋਗਰਾਮ ਕੀਤਾ। US ਵਿੱਚ ਅਸੀਂ ਵੇਖਿਆ ਕਿ ਮੇਰੇ ਕਿਸੇ ਨੇ MBA ਕੀਤੀ। ਸੋ ਅਸੀਂ ਇੱਕ ਭੁੱਲ ਗਏ ਕਿ ਯੂਕੇ ਦੇ ਵਿੱਚੋਂ ਸਾਡਾ ਕੋਈ ਆਸੇ-ਪਾਸੇ ਦਾ ਬੰਦਾ ਗ੍ਰੈਜੂਏਟ ਵੀ ਹੈਗਾ ਹੈ। ਰਾਈਟ। ਬਟ ਅਗਰ ਅਸੀਂ ਵੇਖਿਆ ਹੋਵੇ, ਅਗਰ ਤੁਸੀਂ ਯੂਕੇ ਯੂਨੀਵਰਸਿਟੀ ਦਾ ਗ੍ਰੈਜੂਏਟ ਵੇਖਿਆ ਹੋਵੇਗਾ ਤੇ ਉਹ ਆਪਣੇ ਕਰੀਅਰ ਦੇ ਵਿੱਚ ਬਹੁਤ ਸਕਸੈਸਫੁਲ ਹੋਊਗਾ। ਜਿੱਦਾਂ ਪੂਰੀ ਦੁਨੀਆ ਦੀਆਂ ਯੂਨੀਵਰਸਿਟੀਜ਼ ਆਪੋ ਆਪਣੀ ਦੇ ਬੋਸਟ ਅਪਨ ਵੈਨ ਦੇ ਐਡਵਰਟਾਈਜ਼ ਕਿ ਸਾਡਾ ਇਹ ਆਹ ਰੈਂਕਿੰਗ ਹੈ, ਸਾਡਾ ਇਹ ਚੀਜ਼ ਚੰਗੀ ਹੈ, ਸਾਡੀ ਇੱਥੇ ਰਿਸਰਚ ਚੰਗੀ ਹੈ। ਯੂਕੇ ਯੂਨੀਵਰਸਿਟੀਜ਼ ਦੀ ਜਿਹੜੀ ਲੈਗੇਸੀ ਆ ਉਹ ਐਡਵਰਟਾਈਜ਼ਮੈਂਟਸ ਵਿੱਚ ਵੀ ਦਿਸਦੀ ਹੈ। ਉਹ ਹੁੰਦੀ ਆ ਕਰੀਅਰ ਪਲੇਸਮੈਂਟਸ ਵਿੱਚ, ਕਿ ਸਾਡੀ ਯੂਨੀਵਰਸਿਟੀ ਦੇ ਵਿੱਚੋਂ ਜਿੰਨੇ ਸਟੂਡੈਂਟਸ ਨੇ ਆ ਪ੍ਰੋਗਰਾਮ ਪੜ੍ਹਿਆ ਜੀ, ਉਹਦੇ ਚੋਂ 90% ਸਟੂਡੈਂਟਸ ਨੇ ਇਸ ਫੀਲਡ 'ਚ ਕਰੀਅਰ ਬਣਾਇਆ। ਇਹ ਸਾਡੀ ਕਰੀਅਰ ਪਲੇਸਮੈਂਟ ਦੀ ਪਾਲਿਸੀ ਹੈ। ਸੋ ਮਤਲਬ ਤੁਸੀਂ ਜੋ ਪੜ੍ਹਿਆ, ਤੁਸੀਂ ਉਹਦੇ ਨਾਲ ਕਰੀਅਰ ਬਣਾਇਆ। ਇਹ ਪੂਰੀ ਦੁਨੀਆ 'ਚ ਰੇਅਰ ਹੈ। ਬਿਕੋਜ਼ ਸਾਡੇ ਬੱਚੇ ਕੈਨੇਡਾ ਜਾ ਕੇ ਟਰਾਲੇ ਹੀ ਚਲਾਉਂਦੇ, ਚਾਹੇ ਇੰਜੀਨੀਅਰ ਬਣ ਜਾਣ, ਚਾਹੇ ਮੈਡੀਕਲ ਕੀਤਾ ਹੋਵੇ। ਸੋ ਅਲਟੀਮੇਟਲੀ ਜਿਹੜਾ ਕਰੀਅਰ ਬੇਸਡ ਐਜੂਕੇਸ਼ਨ ਹੈ ਉਹ ਕੱਲੀ ਇੱਥੇ ਪੋਸੀਬਲ ਹੈ। ਸੋ ਅਗਰ ਕੋਈ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰ ਰਿਹਾ ਤੇ ਉਹ ਇਸ ਸਮੇਂ ਦੇ ਵਿੱਚ ਮੌਕਾ ਆ। ਯੂਕੇ ਦੇ ਵਿੱਚ ਤੁਸੀਂ ਮਿਨੀਮਮ ਪੜ੍ਹਾਈ ਦੇ ਨਾਲ ਤੁਸੀਂ ਮੈਕਸੀਮਮ ਜਿਹੜੇ ਬੈਨੀਫਿਟਸ ਹਾਸਲ ਕਰ ਸਕਦੇ ਹੋ। ਮੈਕਸੀਮਮ ਬੈਨੀਫਿਟਸ ਦਾ ਮਤਲਬ ਇਹ ਹੈ ਕਿ ਇੱਥੋਂ ਕੋਈ ਗ੍ਰੈਜੂਏਟ ਜਾਂਦਾ ਉਹ ਸਿਰਫ 1 ਸਾਲ ਪੜ੍ਹੂਗਾ, ਜੋ ਕਿ ਪੂਰੀ ਦੁਨੀਆ ਦੀ ਘੱਟ ਐਜੂਕੇਸ਼ਨ ਹੈ। ਕਿਸੇ ਵੀ ਦੁਨੀਆ 'ਚ ਕਿਸੇ ਪਾਸੇ ਵੀ 2 ਸਾਲ ਤੋਂ ਘੱਟ ਐਜੂਕੇਸ਼ਨ ਨਹੀਂ ਸਾਨੂੰ ਮਿਲਦੀ। ਸੋ ਇੱਥੇ ਤੁਸੀਂ 1 ਸਾਲ ਦੀ ਐਜੂਕੇਸ਼ਨ ਦੇ ਨਾਲ ਤੁਸੀਂ ਆਪਣੀ ਮਾਸਟਰਸ ਕਰ ਸਕਦੇ ਹੋ। ਉਸ ਤੋਂ ਬਾਅਦ 2 ਸਾਲ ਦਾ ਤੁਹਾਡੇ ਕੋਲ ਵਰਕ ਪਰਮਿਟ ਆ ਜਾਂਦਾ ਹੈ। ਔਰ ਉਹਦੇ ਨਾਲ ਤੁਹਾਡੇ ਕੋਲ PR ਦੇ ਮੌਕੇ ਨੇ ਹੁਣ, ਜੋ ਕਿ ਯੂਕੇ 'ਚ ਪਹਿਲਾਂ ਕਦੇ ਨਹੀਂ ਹੁੰਦੇ ਸੀ। ਓਕੇ। ਇੱਕ ਪੁਆਇੰਟ ਮੈਂ ਪਹਿਲਾਂ ਦੱਸਣਾ ਭੁੱਲ ਗਿਆ ਨੈਗੇਟਿਵ, ਕਿ ਅਸੀਂ ਇਹ ਸੁਣਿਆ ਸੀ ਕਿ ਯੂਕੇ ਕਿਸੇ ਨੂੰ ਪੱਕਾ ਹੀ ਨਹੀਂ ਕਰਦਾ। ਸੋ ਬ੍ਰੈਗਜ਼ਿਟ ਤੋਂ ਬਾਅਦ ਹਾਲਾਤ ਟੋਟਲੀ ਚੇਂਜ ਨੇ। ਸੋ ਯੂਕੇ ਇਸ ਟਾਈਮ ਉਸ ਸਿਚੁਏਸ਼ਨ ਦੇ ਵਿੱਚ ਹੈ ਕਿ ਜਿੱਥੇ ਵੈਨ ਦੇ ਨੀਡ ਸਟੂਡੈਂਟਸ। ਸੋ ਅਗੇਨ ਕੈਨੇਡਾ ਵਾਲੀ ਪਾਲਿਸੀ ਲਿਆਂਦੀ ਗਈ, ਪੁਆਇੰਟ ਬੇਸਡ ਇਮੀਗ੍ਰੇਸ਼ਨ ਇੰਟਰੋਡਿਊਸ ਕੀਤੀ ਗਈ ਹੈ ਹੁਣ, ਕਿ ਕੱਲੀ ਜੌਬ ਦੇ ਆਧਾਰ ਦੇ ਉੱਪਰ ਤੁਸੀਂ ਉੱਥੇ PR ਲੈ ਸਕਦੇ ਹੋ। ਰਾਈਟ। ਸੋ ਹਾਈਲੀ ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ ਹੁੰਦਾ ਸੀ, ਉਹ 'ਚ 40-50 ਹਜ਼ਾਰ ਦੇ ਕਰੀਬ ਤੁਹਾਨੂੰ ਇਨਕਮ ਚਾਹੀਦੀ ਹੁੰਦੀ ਸੀ। ਉਹ ਘਟਾ ਕੇ 25,000 ਕਰਤੀ, 25,600 ਪਾਉਂਡ। ਸੋ ਹਰ ਸਟੂਡੈਂਟ ਐਲੀਜੀਬਲ ਹੋ ਸਕਦਾ ਹੈ ਹੁਣ।
ਸੋ ਯੂਕੇ ਵਿੱਚ ਸੈਪਟੰਬਰ ਇਨਟੇਕ ਵਿੱਚ ਯੂਨੀਵਰਸਿਟੀਜ਼ ਓਪਨ ਨੇ ਇਸ ਸਮੇਂ ਦੇ ਵਿੱਚ। ਸੋ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੀਆਂ ਜਿਹੜੀਆਂ ਜੁਲਾਈ ਦੇ ਵਿੱਚ ਲਾਸਟ ਡੇਟਸ ਨੇ ਸੈਪਟੰਬਰ ਦੀਆਂ। ਸੋ ਅਗਰ ਸੈਪਟੰਬਰ 'ਚ ਸਟੂਡੈਂਟਸ ਜਾਣਾ ਚਾਹੁੰਦੇ ਉਹਨਾਂ ਦੇ ਕੋਲ ਸਿਰਫ ਆਹ ਮੌਕਾ ਹੈ ਕਿ ਉਹ ਆਪਣੀ ਐਜੂਕੇਸ਼ਨ ਕੈਰੀ ਔਨ ਕਰਕੇ ਤਾਂ ਆਪਣਾ ਕਰੀਅਰ ਬਣਾ ਸਕਦੇ ਨੇ। ਦੇਖੋ ਇਹਦੇ ਦੋ ਸਿਚੁਏਸ਼ਨਸ ਕੰਪੈਰੀਟਿਵ ਸਟੱਡੀ ਆ ਜਾਂਦੀ ਆ। ਅਮਰੀਕਾ ਦੇ ਵਿੱਚ ਸਾਡੇ ਲਾਰਜੈਸਟ ਸਟੂਡੈਂਟਸ ਜਾਂਦੇ ਨੇ ਸਟੱਡੀ ਵਾਸਤੇ ਆਫਟਰ ਚਾਈਨਾ ਜੀ। ਸੋ ਯੂਕੇ ਦੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਇਟ ਇਜ਼ ਫਾਰ ਬੈਟਰ, ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਹੋ ਕਿਉਂਕਿ ਸਾਰੀ ਦੀ ਸਾਰੀ ਐਜੂਕੇਸ਼ਨ ਕੈਰੀਅਰ ਓਰੀਐਂਟਡ ਆ। ਬਿਲਕੁਲ, ਕਿ ਤੁਸੀਂ ਕਿਤੇ ਵੀ ਆਪਣਾ ਕੋਈ ਵੀ ਸਮਾਂ ਵੇਸਟ ਨਹੀਂ ਕਰ ਰਹੇ ਹੋ। ਸੋ ਇੱਕ ਕੰਪੈਰੀਟਿਵ ਸਟੱਡੀ ਆ ਸਭ ਜਾਂਦੀ ਤੋਂ ਵੱਡੀ ਉਦਾਹਰਨ ਸਾਡੇ ਕੋਲ ਡਾਕਟਰ ਮਨਮੋਹਨ ਸਿੰਘ ਜੀ ਨੇ। ਹਾਂਜੀ, ਬੇਸਿਕਲੀ ਉਹ ਯੂਕੇ ਯੂਨੀਵਰਸਿਟੀ ਗ੍ਰੈਜੂਏਟ ਨੇ। ਜਿਹੜਾ ਅਸੀਂ ਕਹਿੰਦੇ, ਮੈਂ ਕਿਹਾ ਸੀ ਨਾ ਯੂਕੇ ਯੂਨੀਵਰਸਿਟੀ ਗ੍ਰੈਜੂਏਟਸ ਅਸੀਂ ਨਹੀਂ ਵੇਖੇ, ਜੇ ਵੇਖੋਗੇ ਤਾਂ ਇਦਾਂ ਦੀਆਂ ਸ਼ਖਸੀਅਤਾਂ ਹੋਣਗੀਆਂ। ਬਿਲਕੁਲ ਸਹੀ ਗੱਲ ਹੈ। ਮੇਰੇ ਵੀ ਫਰੈਂਡ ਸਰਕਲ 'ਚ ਨਹੀਂ, ਮੈਂ ਪੁੱਛਦਾ ਕੀ ਕਰ ਰਹੇ ਹੋ, ਲੰਡਨ ਸਕੂਲ ਆਫ ਇਕਨੋਮਿਕਸ ਤੋਂ ਮੈਂ ਡਿਪਲੋਮਾ ਕਰ ਰਿਹਾ। ਮੈਂ ਕਿਹਾ ਵਾਹ, Yes. ਇਹ ਆਪਣੇ ਆਪ ਵਿੱਚ ਕਿ ਬੜਾ ਸਟੇਟਸ ਲੱਗਦਾ ਲੰਡਨ ਸਕੂਲ ਆਫ ਇਕਨੋਮਿਕਸ। ਯੈਸ। ਸੋ ਇਹ ਚੀਜ਼ਾਂ ਹੈਗੀਆਂ ਨੇ ਕਿਉਂਕਿ 1000 ਇਅਰਸ ਪੁਰਾਣੀਆਂ ਵੀ ਯੂਨੀਵਰਸਿਟੀਜ਼ ਉੱਥੇ ਐਗਜ਼ਿਸਟ ਕਰਦੀਆਂ ਨੇ ਸਟਿਲ। ਤੁਸੀਂ ਆਮ ਯੂਨੀਵਰਸਿਟੀ ਵੇਖੋਗੇ 1200 1500 ਸਾਲ ਪੁਰਾਣੀ, 800 ਸਾਲ ਪੁਰਾਣੀ, 500 ਸਾਲ ਪੁਰਾਣੀ, ਮਾਈ 400-500 ਸਾਲ ਪੁਰਾਣਾ ਤਾਂ ਘਰ ਹੁੰਦਾ ਜਿਸ 'ਚ ਮਤਲਬ ਬੱਚੇ ਰਹਿੰਦੇ ਨੇ। ਸੋ ਇਹ ਮਤਲਬ ਬਿਕੋਜ਼ ਅਸੀਂ ਸਮਾਂ ਵੇਖਿਆ, ਸਾਨੂੰ ਹਾਲੇ 70 ਕੁ ਸਾਲ ਤੱਕ ਦੀ ਮੈਮਰੀ ਆ। ਸੋ ਉਹਨਾਂ ਦੀ ਮੈਮਰੀ ਤੁਸੀਂ ਸੋਚੋ ਵੀ ਜਿਨ੍ਹਾਂ ਨੇ ਪੂਰੀ ਦੁਨੀਆ ਤੇ ਰਾਜ ਕੀਤਾ ਆ, ਜਦੋਂ ਕਹਿੰਦੇ ਸੀ ਕਿ ਉਹਨਾਂ ਦਾ ਐਮਪਾਇਰ ਐਡਾ ਵੱਡਾ ਕਿ ਉੱਥੇ ਮਤਲਬ ਸੂਰਜ ਹੀ ਨਹੀਂ ਡੁੱਬਦਾ ਜੀ, ਤੇ ਉਹਨਾਂ ਨੇ ਕਿਹੜਾ ਸਮਾਂ ਵੇਖਿਆ ਆ। ਸੋ ਜਿਹੜੀਆਂ ਉੱਥੇ ਜਿਹੜੇ ਪੁਲ ਬਣਨੇ, ਸੜਕਾਂ ਬਣਨੀਆਂ ਸੀ, ਉਦੋਂ ਦੀਆਂ ਬਣ ਚੁੱਕੀਆਂ ਜਦੋਂ ਅਸੀਂ ਸੋਚਿਆ ਵੀ ਨਹੀਂ ਸੀ। ਯਾ ਸੋ ਆਬਵੀਅਸਲੀ ਡਿਵੈਲਪਮੈਂਟ ਦੀ ਉਹ ਹਾਈਐਸਟ ਸਟੇਜ ਦੇ ਉੱਪਰ ਆ। ਯੈਸ, ਅਸੀਂ ਹਾਲੇ ਡਿਵੈਲਪਿੰਗ ਸਟੇਜ ਦੇ ਵਿੱਚ। ਯੈਸ, ਥੈਂਕ ਯੂ ਸੋ ਮਚ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗੇ, ਕੋਈ ਹੋਰ ਵੀ ਕੁਐਰੀਜ਼ ਹੋਣ, ਕੋਈ ਹੋਰ ਵੀ ਤੁਹਾਡੇ ਵਿਚਾਰ ਹੋਣ, ਸਾਨੂੰ ਇਨਬਾਕਸ ਜ਼ਰੂਰ ਕਰੋ। ਔਰ ਪ੍ਰੋਗਰਾਮ ਦੇ ਵਿੱਚ ਹੋਰ ਕੀ ਇੰਪਰੂਵਮੈਂਟਸ ਚਾਹੁੰਦੇ ਹੋ, ਸਾਨੂੰ ਜ਼ਰੂਰ ਇਨਬਾਕਸ ਕਰੋ। ਥੈਂਕ ਯੂ ਵੈਰੀ ਮਚ ਸਰ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਹਮੇਸ਼ਾ ਸਾਨੂੰ ਇੱਕ ਵੰਡਰਫੁਲ ਇਨਫੋਰਮੇਸ਼ਨ ਦਿੰਦੇ ਹੋ। ਜੀ ਸ਼ੁਕਰੀਆ। ਸੋ ਇਸੇ ਤਰ੍ਹਾਂ ਹੀ ਜੁੜੇ ਰਹੋ ਪੰਜਾਬ ਮੇਲ USA TV ਦੇ ਨਾਲ। ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਇੰਜੋਏ ਕਰੋ ਸਾਡੀਆਂ ਸਾਰੀਆਂ ਵੀਡੀਓਜ਼ ਨੂੰ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।